हाँ जी स्टूडेंट्स, की हाल चाल ने ਤੁਹਾਡੇ ਸਾਰਿਆਂ ਦੇ। ਸੋ ਇਸ ਲੈਕਚਰ ਦੇ ਵਿੱਚ ਅਸੀਂ ਕੁਝ ਐਟਮਸ ਦੇ ਬਾਰੇ ਪੜ੍ਹਾਂਗੇ। ਬੇਸਿਕਸ ਆਫ ਐਟਮ ਕੀ ਹੁੰਦੇ ਹੈਗੇ ਆ, ਪਲੱਸ ਉਹਨਾਂ ਦੇ ਵਿੱਚ ਲੈਵਲਸ ਜਿਹੜੇ ਹੁੰਦੇ ਆ એનર્ਜੀ ਦੇ, ਉਸ ਦੇ ਬਾਰੇ ਜਾਣਾਂਗੇ। ਪਲੱਸ ਐਟਮ ਜਿਹੜਾ ਹੁੰਦਾ ਹੈਗਾ ਵਾ ਉਸ ਦੇ ਵਿੱਚ ਉਹ ਬਣਿਆ ਕਿਸ ਚੀਜ਼ ਦਾ ਹੁੰਦਾ ਹੈਗਾ। ਸਾਨੂੰ ਸਾਰਿਆਂ ਨੂੰ ਜਿਹੜੇ ਵੀ ਸਟੂਡੈਂਟਸ ਹੈਗੇ ਆ ਸਾਰੇ ਦੇ ਸਾਰੇ, ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਤਾਂ ਪਤਾ ਹੀ ਹੈ ਕਿ ਜਿਹੜੇ ਐਟਮ ਹੁੰਦਾ ਵਾ ਕੋਈ ਵੀ ਇਸ ਯੂਨੀਵਰਸ ਦੇ ਵਿੱਚ ਜਿਹੜੀ ਕੋਈ ਵੀ ਚੀਜ਼ ਹੈਗੀ ਆ, ਉਹ ਸਾਇੰਸ ਜਿਹੜੀ ਹੈਗੀ ਆ, ਚਾਹੇ ਉਹ ਫਿਜ਼ਿਕਸ ਦੀ ਗੱਲ ਕਰੀਏ ਚਾਹੇ ਉਹ ਕੈਮਿਸਟਰੀ ਦੀ ਗੱਲ ਕਰੀਏ, ਉਹ ਇਹ ਮੰਨਦੀ ਹੈ ਕਿ ਹਰ ਇੱਕ ਜਿਹੜੀ ਚੀਜ਼ ਦਾ ਬਿਲਡਿੰਗ ਬਲਾਕ ਹੈਗਾ ਵਾ, ਜਿਹੜਾ ਬੇਸਿਕ ਬਿਲਡਿੰਗ ਬਲਾਕ ਹੈਗਾ ਵਾ, ਉਹ ਐਟਮ ਹੁੰਦਾ ਵਾ। ਸੋ ਜਿਹੜਾ ਐਟਮ ਹੁੰਦਾ ਵਾ ਉਸ ਦੇ ਵਿੱਚ, ਜਿੱਦਾਂ ਤੁਸੀਂ ਫਿਗਰ ਦੇ ਵਿੱਚ ਦੇਖ ਸਕਦੇ, ਐਟਮ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਪਾਰਟ ਹੁੰਦਾ ਵਾ, ਸੈਂਟਰ ਦੇ ਵਿੱਚ ਪਾਰਟ ਹੁੰਦਾ ਵਾ, ਉਹਨੂੰ ਆਪਾਂ ਨਿਊਕਲੀਅਸ ਕਹਿੰਦੇ ਆ, ਜਿਹੜਾ ਕਿ ਪੂਰੇ ਐਟਮ ਦਾ ਬਹੁਤ ਛੋਟਾ ਜਿਹਾ ਇੱਕ ਮਾਈਨਰ ਜਿਹਾ ਹਿੱਸਾ ਹੁੰਦਾ ਵਾ, ਬਹੁਤ ਛੋਟਾ ਜਿਹਾ ਹਿੱਸਾ ਹੁੰਦਾ। ਅਤੇ ਇਸ ਦੇ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਹੁੰਦਾ ਵਾ ਉਹ ਖਾਲੀ ਹੁੰਦਾ ਵਾ, ਅਤੇ ਉਸ ਦੇ ਵਿੱਚ ਜਿਹੜਾ ਉਹ ਖਾਲੀ ਵਾਲਾ ਹਿੱਸਾ ਹੁੰਦਾ ਵਾ ਉਸ ਦੇ ਵਿੱਚ ਇਲੈਕਟ੍ਰੋਨ ਜਿਹੜੇ ਹੈਗੇ ਆ ਉਹ ਹੁੰਦੇ ਆ। ਜਿਹੜਾ ਨਿਊਕਲੀਅਸ ਹੁੰਦਾ ਵਾ, ਸੈਂਟਰ ਵਾਲਾ ਹਿੱਸਾ ਹੁੰਦਾ, ਉਹਨੂੰ ਨਿਊਕਲੀਅਸ ਕਹਿੰਦੇ ਆ। ਉਸ ਦੇ ਵਿੱਚ ਪ੍ਰੋਟੋਨ ਅਤੇ ਨਿਊਟਰਨ ਹੁੰਦੇ ਆ। ਜਿਹੜਾ ਐਟਮ ਦਾ ਵੇਟ ਹੁੰਦਾ ਵਾ ਉਸ ਦੇ ਵਿੱਚ ਸਿਰਫ ਆਪਾਂ ਪ੍ਰੋਟੋਨ ਅਤੇ ਨਿਊਟਰੋਨ ਦਾ ਵੇਟ ਹੀ ਕੰਸੀਡਰ ਕਰਦੇ ਹਾਂ, ਕਿਉਂਕਿ ਇਲੈਕਟ੍ਰੋਨ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਹਲਕੇ ਹੁੰਦੇ ਆ ਐਜ਼ ਕੰਪੇਅਰ ਟੂ ਪ੍ਰੋਟੋਨ ਅਤੇ ਨਿਊਟਰੋਨ। ਸੋ ਪ੍ਰੋਟੋਨ ਦੇ ਉੱਤੇ ਪੋਜ਼ਿਟਿਵ ਚਾਰਜ ਹੁੰਦਾ ਵਾ ਅਤੇ ਉਨਾ ਹੀ ਚਾਰਜ ਨੈਗੇਟਿਵ ਇਲੈਕਟ੍ਰੋਨ 'ਤੇ ਹੁੰਦਾ ਵਾ। ਯਾਨੀ ਕਿ ਇੱਕ ਪ੍ਰੋਟੋਨ ਜੇ ਹੋਵੇ ਅਤੇ ਇੱਕ ਇਲੈਕਟ੍ਰੋਨ ਹੋਵੇ, ਅਤੇ ਉਹ ਜਿਹੜਾ ਹੈਗਾ ਵਾ ਐਟਮ ਜਿਹੜਾ ਹੈਗਾ ਵਾ ਉਹ ਇਲੈਕਟ੍ਰੀਕਲੀ ਨਿਊਟਰਲ ਹੋਏਗਾ। ਠੀਕ ਹੈ, ਕਿਉਂਕਿ ਪੋਜ਼ਿਟਿਵ ਅਤੇ ਨੈਗੇਟਿਵ ਇੱਕ ਦੂਜੇ ਨੂੰ ਜਿਹੜੇ ਹੈਗੇ ਆ ਉਹ ਨਿਊਟਰਲਾਈਜ਼ ਕਰ ਦਿੰਦੇ ਹੈਗੇ। ਸੋ ਐਟਮ ਦੇ ਵਿੱਚ ਤਿੰਨ ਤਰ੍ਹਾਂ ਦੇ ਹਿੱਸੇ ਹੋ ਗਏ, ਤਿੰਨ ਤਰ੍ਹਾਂ ਦੇ ਪਾਰਟੀਕਲਸ ਹੋ ਗਏ, ਪ੍ਰੋਟੋਨ, ਨਿਊਟਰੋਨ ਅਤੇ ਇਲੈਕਟ੍ਰੋਨ। ਨਿਊਟਰੋਨ ਅਤੇ ਪ੍ਰੋਟੋਨ ਜਿਹੜੇ ਹੈਗੇ ਆ ਗੁੱਛਾ ਹੁੰਦਾ ਇਸ ਤਰ੍ਹਾਂ ਬਣਿਆ ਉਹਨਾਂ ਦਾ ਸੈਂਟਰ ਦੇ ਵਿੱਚ। ਠੀਕ ਹੈ, ਔਰ ਇਸ ਦੇ ਵਿੱਚ ਹੀ ਸਾਰੀ ਦੀ ਸਾਰੀ ਡੈਂਸਿਟੀ ਹੁੰਦੀ ਹੈ ਐਟਮ ਦੀ। ਜਿਹੜਾ ਮਟੀਰੀਅਲ ਹੁੰਦਾ, ਜਿਹੜਾ ਵੇਟ ਕ੍ਰੀਏਟ ਕਰਦਾ, ਉਹ ਇਸੇ ਨਿਊਕਲੀਅਸ ਦੇ ਵਿੱਚ ਹੁੰਦਾ ਹੈਗਾ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਜਿਹੜੀ ਸਭ ਤੋਂ ਪਹਿਲਾਂ ਥਿਊਰੀ ਸੀਗੀ ਉਹ ਡਾਲਟਨ ਸੀਗਾ, ਜੌਨ ਡਾਲਟਨ ਸੀਗਾ ਜਿਹਨੇ ਦਿੱਤੀ ਸੀਗੀ ਥਿਊਰੀ। ਠੀਕ ਹੈ, ਉਸ ਤੋਂ ਬਾਅਦ ਫਿਰ ਜਿਹੜੀਆਂ ਹੋਰ ਥਿਊਰੀਆਂ ਆਈਆਂ ਜਿਸ ਦੇ ਵਿੱਚ ਜਿਹੜਾ ਹੈਗਾ ਵਾ ਰਦਰਫੋਰਡ ਸੀਗਾ। ਠੀਕ ਹੈ, ਰਦਰਫੋਰਡ ਜਿਹੜਾ ਸੀਗਾ ਉਸਨੇ ਦਿੱਤੀ ਹੈਗੀ ਹੈ, ਐਟੋਮਿਕ ਮਾਡਲ ਸੀਗਾ ਰਦਰਫੋਰਡ ਦਾ, ਅਤੇ ਬੋਹਰਸ ਐਟੋਮਿਕ ਮਾਡਲ ਸੀਗਾ। ਆਮ ਤੌਰ 'ਤੇ ਇਹਨੂੰ ਮੰਨਦੇ ਹੈਗੇ ਆ, ਪਰ ਹੁਣ ਨਵਾਂ ਵੀ ਜਿਹੜਾ ਹੈਗਾ ਵਾ ਆ ਗਿਆ ਹੈਗਾ, ਲੇਟੈਸਟ ਮਾਡਲ ਵੀ ਆ ਗਿਆ ਹੈਗਾ, ਜਿਸ ਦੇ ਵਿੱਚ ਜਿਹੜਾ ਹੈਗਾ ਵਾ ਡਿਊਲ ਨੇਚਰ ਜਿਹੜੀ ਹੈਗੀ ਆ ਪਾਰਟੀਕਲਸ ਦੀ, ਡਿਊਲ ਨੇਚਰ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇਲੈਕਟ੍ਰੋਨ ਹੈਗੇ ਆ, ਛੋਟੇ ਪਾਰਟੀਕਲਸ ਹੁੰਦੇ ਆ, ਉਹਨਾਂ ਦੇ ਵਿੱਚ ਵੇਵ ਟਾਈਪ ਜਿਹੜੇ ਹੈਗੇ ਆ ਉਹ ਵੀ ਕਰੈਕਟਰਿਸਟਿਕ ਹੁੰਦੇ ਆ। ਪਰ ਜਿਹੜੇ ਇਹ ਬੇਸਿਕ ਮਾਡਲ ਹੈਗਾ ਰਦਰਫੋਰਡ ਦਾ ਅਤੇ ਬੋਹਰ ਦਾ, ਇਹ ਜਿਹੜੇ ਤੁਹਾਡੇ ਇਲੈਕਟ੍ਰੋਨਿਕ ਸਰਕਟ ਹੈਗੇ ਆ, ਜਿਹੜਾ ਉਹਨਾਂ ਦੇ ਵਿੱਚ ਤੁਸੀਂ ਕੰਮ ਕਰਦੇ ਆ, ਉਹਨਾਂ ਨੂੰ ਇਹ ਥਿਊਰੈਟੀਕਲੀ ਜਿਹੜਾ ਹੈਗਾ ਵਾ ਪੂਰਾ ਐਕਸਪਲੇਨ ਕਰਦੇ ਹੈਗੇ ਆ। ਇਹਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਇਨ ਥਿਊਰੀ ਜਿਹੜੀ ਹੈਗੀ ਆ ਚੀਜ਼ ਸਮਝ ਆਉਂਦੀ ਆ। ਉਹ ਸਾਰੇ ਦੇ ਸਾਰੇ ਪ੍ਰਿੰਸੀਪਲ ਜਿਹੜੇ ਹੈਗੇ ਇਲੈਕਟ੍ਰੋਨਿਕਸ ਦੇ ਵਿੱਚ ਜਿਹੜੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਹਾਂ ਆਪਾਂ, ਡਾਇਓਡ ਹੋ ਗਏ, ਟਰਾਂਜ਼ਿਸਟਰ ਹੋ ਗਏ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਵਾ ਐਕਸਪਲੇਨ ਕਰਦੀ ਹੈਗੀ ਉਹਨਾਂ ਦਾ ਵੀ ਉਹ ਕਿਉਂ ਅਤੇ ਕਿੱਦਾਂ ਬਿਹੇਵ ਕਰਦੇ ਆ, ਉਹਦੇ ਨਾਲ ਰਿਲੇਟਡ ਜਿਹੜੀ ਹੈਗੀ ਆ। ਸੋ ਜਿਹੜੇ ਆਲ ਐਟਮਸ ਜਿਹੜੇ ਹੈਗੇ ਆ, ਜਿਹੜੀ ਇਸ ਥਿਊਰੀ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਆਲ ਐਟਮਸ ਹੈਗੇ ਉਹਨਾਂ ਦਾ ਨਿਊਕਲੀਅਸ ਹੁੰਦਾ ਵਾ ਅਤੇ ਇਲੈਕਟ੍ਰੋਨਸ ਹੁੰਦੇ ਆ, ਅਤੇ ਨਿਊਕਲੀਅਸ ਦੇ ਵਿੱਚ ਜਿਹੜੇ ਹੈਗੇ ਆ ਪ੍ਰੋਟੋਨ ਹੁੰਦੇ ਆ ਅਤੇ ਨਿਊਟਰਨ ਹੁੰਦੇ ਆ। ਠੀਕ ਹੈ, ਜਿਹੜਾ ਨਿਊਕਲੀਅਸ ਦਾ ਡਾਇਆਮੀਟਰ ਹੁੰਦਾ ਵਾ ਉਹ ਪੂਰੇ ਐਟਮ ਦਾ 10,000ਵਾਂ ਹਿੱਸਾ ਹੁੰਦਾ ਹੈਗਾ। ਯਾਨੀ ਕਿ ਜੇ ਉਹਦੇ 10,000 ਹਿੱਸੇ ਛੋਟੇ ਛੋਟੇ ਕਰ ਦਿੱਤੇ ਜਾਣ, ਅਤੇ ਜਿਹੜਾ 10,000ਵਾਂ ਹਿੱਸਾ ਵਾ ਉਹਦੇ ਵਿੱਚੋਂ ਉਨਾ ਵੱਡਾ ਜਿਹੜਾ ਹੈਗਾ ਨਿਊਕਲੀਅਸ ਹੁੰਦਾ ਵਾ, ਅਤੇ ਬਾਕੀ ਜਿਹੜੇ ਹੈਗੇ ਆ 900 ਜਿਹੜੇ ਹੈਗੇ ਆ 9,999 ਜਿਹੜੇ ਹੈਗੇ ਆ ਇਸ ਦੇ ਵਿੱਚ ਜਿਹੜੇ ਹਿੱਸੇ ਹੈਗੇ ਆ ਉਹ
ਜਿਹੜੇ ਹੈਗੇ ਆ ਉਹ ਇਲੈਕਟ੍ਰੋਨਸ ਜਿਹੜੇ ਹੈਗੇ ਆ ਉਸ ਏਰੀਏ 'ਚ ਘੁੰਮਦੇ, ਉਹ ਖਾਲੀ ਹੁੰਦੇ ਆ ਲਗਭਗ। ਇਲੈਕਟ੍ਰੋਨਸ ਤੇ ਬਹੁਤ ਛੋਟੇ ਹੁੰਦੇ ਹੈਗੇ ਆ। ਸੋ ਉਹਦੇ ਵਿੱਚ ਇਲੈਕਟ੍ਰੋਨ ਜਿਹੜੇ ਹੈਗੇ ਆ ਬਹੁਤ ਸਾਰੇ ਵੱਡੇ ਏਰੀਏ ਦੇ ਵਿੱਚ ਫੈਲੇ ਹੁੰਦੇ ਹੈਗੇ। ਸੋ ਇਹਦੇ ਵਿੱਚ ਇੱਕ ਕੁਐਸਚਨ ਇਹ ਵੀ ਹੁੰਦਾ ਵੀ ਜੇ ਇੰਨਾ ਸਾਰਾ ਹਿੱਸਾ ਜਿਹੜਾ ਹੈਗਾ ਐਟਮਸ ਦੇ ਵਿੱਚ ਖਾਲੀ ਹੁੰਦਾ ਵਾ, ਤੇ ਬੰਦਾ ਜਿਹੜਾ ਹੈਗਾ ਕੁਰਸੀ ਦੇ ਵਿੱਚ ਬੈਠਾ ਹੁੰਦਾ ਜਾਂ ਹੋਰ ਕਿਸੇ ਚੀਜ਼ ਦੇ ਉੱਤੇ ਵਿੱਚ ਆਪਾਂ ਉੱਤੇ ਬਹਿੰਦੇ ਹੈਗੇ ਤੇ ਵਿੱਚੋਂ ਥੱਲੇ ਕਿਉਂ ਨਹੀਂ ਡਿੱਗ ਜਾਂਦਾ? ਉਹਦਾ ਕਾਰਨ ਵੀ ਹੈ ਕਿ ਜਿਹੜੇ ਇਹਨਾਂ ਦੇ ਵਿੱਚ ਇਲੈਕਟ੍ਰੋਨ ਜਿਹੜੇ ਹੁੰਦੇ ਹਨ, ਰਿਪਲਸ਼ਨ ਫੋਰਸ ਹੁੰਦੀ ਆ, ਔਰ ਉਹ ਰਿਪਲਸ਼ਨ ਜਿਹੜੀ ਹੁੰਦੀ ਨਾ ਬਹੁਤ ਜ਼ਿਆਦਾ ਸਟਰੋਂਗ ਹੁੰਦੀ। ਨਿਊਕਲੀਅਰ ਫੋਰਸਿਸ ਜਿਹੜੀਆਂ ਹੁੰਦੀਆਂ ਨਾ, ਇਹ ਬਹੁਤ ਜ਼ਿਆਦਾ ਸਟਰੋਂਗ, ਸਾਹਮਣੇ ਦੁਨੀਆ ਦੇ ਵਿੱਚ ਸਟਰੋਂਗੈਸਟ ਫੋਰਸਿਸ ਮੰਨੀਆਂ ਜਾਂਦੀਆਂ ਹੈਗੀਆਂ। ਸੋ ਇੱਕ ਦੂਜੇ ਨੂੰ ਇਹ ਰਿਪੈਲ ਕਰਦੇ, ਇਸ ਕਰਕੇ ਇਹਦੇ ਵਿੱਚੋਂ ਦੀ ਕੋਈ ਵੀ ਬੰਦਾ ਜਿਹੜਾ ਹੈਗਾ ਕੋਈ ਵੀ ਚੀਜ਼ ਜਿਹੜੀ ਪਾਸ ਨਹੀਂ ਕਰ ਸਕਦੀ ਹੈਗੀ, ਹਾਲਾਂਕਿ ਬਹੁਤ ਸਾਰੀ ਜਗ੍ਹਾ ਹੁੰਦੀ ਹੈ ਇਸ ਦੇ ਵਿੱਚ। ਸੋ ਪ੍ਰੋਟੋਨ ਤੇ ਨਿਊਟਰਨ ਹੁੰਦੇ ਆ। ਜਿਹੜਾ ਪ੍ਰੋਟੋਨ ਹੁੰਦਾ ਵਾ ਉਹਦੇ ਉੱਤੇ ਜਿਹੜਾ 1.6 × 10⁻⁻19 ਕੂਲਮ ਜਿਹੜਾ ਹੈਗਾ ਵਾ ਉਹ ਚਾਰਜ ਹੁੰਦਾ ਵਾ ਪੋਜ਼ਿਟਿਵ। ਨਿਊਟਰਨ ਦੇ ਉੱਤੇ ਕੋਈ ਚਾਰਜ ਨਹੀਂ ਹੁੰਦਾ ਹੈਗਾ, ਪਰ ਜਿਹੜਾ ਨਿਊਟਰਨ ਜਿਹੜਾ ਹੈਗਾ ਵਾ ਦੈਟ ਇਜ਼ ਉਹਦਾ ਮਾਸ ਜਿਹੜਾ ਹੁੰਦਾ ਵਾ ਉਹ ਪ੍ਰੋਟੋਨ ਦੇ ਬਰਾਬਰ ਹੁੰਦਾ ਵਾ। ਦ ਮਾਸ ਆਫ ਈਚ ਨਿਊਟਰੋਨ ਇਜ਼ ਇਕੁਅਲ ਟੂ ਦ ਮਾਸ ਆਫ ਪ੍ਰੋਟੋਨ। ਜਿਹੜਾ ਇਲੈਕਟ੍ਰੋਨ ਹੁੰਦਾ ਵਾ ਉਹਦੇ ਉੱਤੇ ਵੀ ਸੇਮ ਚਾਰਜ ਹੁੰਦਾ ਵਾ, ਪਰ ਨੈਗੇਟਿਵ ਹੁੰਦਾ ਵਾ। ਜਿੰਨਾ ਪ੍ਰੋਟੋਨ ਦੇ ਉੱਤੇ ਹੁੰਦਾ ਵਾ ਉਨਾ ਹੀ ਇਲੈਕਟ੍ਰੋਨ ਦੇ ਉੱਤੇ ਹੁੰਦਾ ਵਾ। ਠੀਕ ਆ। ਸੋ ਜੇ ਐਟਮ ਦੇ ਵਿੱਚ ਸੇਮ ਨੰਬਰ ਆਫ ਪ੍ਰੋਟੋਨਸ ਤੇ ਇਲੈਕਟ੍ਰੋਨਸ ਹੋਣ ਤੇ ਐਟਮ ਜਿਹੜਾ ਹੈਗਾ ਵਾ ਉਹ ਕੀ ਹੋਏਗਾ? ਇਲੈਕਟ੍ਰੀਕਲੀ ਨਿਊਟਰਲ ਹੋਏਗਾ। ਠੀਕ ਹੈ, ਕਿਉਂਕਿ ਨੈਗੇਟਿਵ ਚਾਰਜ ਜਿਹੜਾ ਇਲੈਕਟ੍ਰੋਨਸ ਦਾ ਹੈਗਾ ਵਾ ਉਹ ਪ੍ਰੋਟੋਨ ਦੇ ਪੋਜ਼ਿਟਿਵ ਚਾਰਜ ਨੂੰ ਕੀ ਕਰਦਾ ਹੈਗਾ? ਨਿਊਟਰਲਾਈਜ਼ ਕਰਦਾ ਹੈਗਾ। ਸੋ ਇਲੈਕਟ੍ਰੋਨ ਜਿਹੜੇ ਹੈਗੇ ਆ ਉਹ ਇਸ ਮਾਡਲ ਦੇ ਹਿਸਾਬ ਦੇ ਨਾਲ ਉਹ ਨਿਊਕਲੀਅਸ ਦੇ ਆਲੇ ਦੁਆਲੇ ਸ਼ੈਲਸ ਦੇ ਵਿੱਚ ਘੁੰਮਦੇ ਹੈਗੇ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹੈਗੇ ਆ? ਆਰਬਿਟਸ। ਕਿ ਉਹ ਇੱਕ ਜਿਹੜਾ ਹੈਗਾ ਵਾ ਇਲੈਕਟ੍ਰੋਨ ਜਿਹੜੇ ਹੈਗੇ ਆ ਇੱਕ ਫਿਕਸ ਆਰਬਿਟ ਦੇ ਵਿੱਚ ਉਹ ਘੁੰਮਦੇ ਹੈਗੇ ਆ। ਠੀਕ ਹੈ। ਇਹ ਫੋਰਸ ਆਫ ਅਟਰੈਕਸ਼ਨ ਇਜ਼ excreted on negatively charged electrons by excreted means ਮਤਲਬ ਉਹਦੇ ਉੱਤੇ ਲਾਈ ਜਾਂਦੀ ਹੈਗੀ electrons by positively charged nucleus. This force of attraction works as a centripetal force required for electrons revolution around the nucleus. ਸੋ ਜਿਹੜੇ ਪੋਜ਼ਿਟਿਵ ਹੁੰਦੇ ਵਾ ਇਸ ਦੇ ਵਿੱਚ ਚਾਰਜ, ਇਹ ਜਿਹੜਾ ਐਟਮ ਹੈਗਾ ਇਸ ਦੇ ਵਿੱਚ ਐਲੂਮੀਨੀਅਮ ਦਾ ਹੈਗਾ, ਇਹਦੇ ਵਿੱਚ ਜਿਹੜਾ ਪੋਜ਼ਿਟਿਵ ਚਾਰਜ ਹੈਗਾ ਇਲੈਕਟ੍ਰੋਨਸ ਨੂੰ ਆਪਣੇ ਵੱਲ ਨੂੰ ਖਿੱਚ ਕੇ ਰੱਖਦਾ ਹੈਗਾ, ਜਿਹਦੇ ਨਾਲ ਉਹ ਜਿਹੜੇ ਹੈਗੇ ਆਲੇ ਦੁਆਲੇ ਘੁੰਮਦੇ ਹੈਗੇ ਇਸ ਦੇ। The electrons which are near to the nucleus are tightly bound with the nucleus and it is more difficult to pull out yani these electrons from the atom than those which are far away from the nucleus. ਇਹ ਇੱਕ ਸਟਰਕਚਰ ਦਿਖਾਇਆ ਸਾਨੂੰ ਐਲੂਮੀਨੀਅਮ ਦਾ। ਠੀਕ ਹੈ। ਇਸ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਇਹ ਹੈਗੇ ਆ ਉਸ ਦੇ ਆਰਬਿਟਸ ਹੈਗੇ ਆ। ਸਭ ਨੂੰ ਪਹਿਲਾ ਆਰਬਿਟ ਹੈਗਾ, ਇਹ ਦੂਸਰਾ ਆਰਬਿਟ ਹੈਗਾ ਵਾ, ਇਹ ਤੀਸਰਾ ਆਰਬਿਟ ਹੈਗਾ। ਜਿਹੜਾ ਪਹਿਲਾ ਆਰਬਿਟ ਹੈਗਾ ਉਸ ਦੇ ਵਿੱਚ ਕਿੰਨੇ ਹੈਗੇ ਆ? 2 ਇਲੈਕਟ੍ਰੋਨਸ ਹੈਗੇ ਆ। ਜਿਹੜਾ ਦੂਸਰਾ ਆਰਬਿਟ ਹੈਗਾ ਉਸ ਦੇ ਵਿੱਚ ਕਿੰਨੇ ਹੈਗੇ ਆ? 8 ਇਲੈਕਟ੍ਰੋਨ ਹੈ। ਜਿਹੜਾ ਤੀਸਰਾ ਹੈਗਾ ਵਾ ਉਸ ਦੇ ਵਿੱਚ ਕਿੰਨੇ ਹੈਗੇ ਆ? 3 ਇਲੈਕਟ੍ਰੋਨ ਹੈਗੇ ਆ। ਸੋ ਇਹ ਜਿਹੜਾ ਹੈਗਾ ਐਲੂਮੀਨੀਅਮ ਜਿਹੜਾ ਹੈਗਾ ਆਈਟਮ ਹੈਗਾ ਵਾ, ਇਸ ਦੇ ਵਿੱਚ ਜਿਹੜਾ ਆਊਟਰ ਜਿਹੜਾ ਸ਼ੈੱਲ ਹੈਗਾ ਵਾ, ਜੇ ਉਸ ਦੇ ਵਿੱਚੋਂ ਇਲੈਕਟ੍ਰੋਨਸ ਨੂੰ ਰਿਮੂਵ ਕਰਨਾ ਹੈਗਾ, ਬਾਹਰ ਕੱਢਣਾ ਹੈਗਾ ਜਾਂ ਫ੍ਰੀ ਕਰਨਾ ਹੈਗਾ, ਜਿਹੜਾ ਇਹ ਸ਼ੈੱਲ ਹੈਗਾ ਵੇਲੈਂਸ ਸ਼ੈੱਲ ਹੁੰਦਾ ਵਾ। ਠੀਕ ਹੈ। ਸਭ ਨੂੰ ਜਿਹੜਾ ਆਊਟਰ ਸ਼ੈੱਲ ਹੁੰਦਾ ਵਾ, ਸਭ ਨੂੰ ਆਊਟਰ ਸ਼ੈੱਲ ਦੇ ਵਿੱਚੋਂ ਜਿਹੜੇ ਇਲੈਕਟ੍ਰੋਨ ਕੱਢਣੇ ਸਭ ਨੂੰ ਸੌਖੇ ਹੋਣਗੇ ਐਜ਼ ਕੰਪੇਅਰ ਟੂ ਜਿਹੜਾ ਇਹ ਜਿਹੜਾ ਹੈਗਾ ਵਾ ਸਭ ਨੂੰ ਲਾਗੇ ਵਾਲਾ ਜਿਹੜਾ ਆਰਬਿਟ ਹੈਗਾ, ਜਿਹੜਾ ਨਿਊਕਲੀਅਸ ਦੇ ਸਭ ਨੂੰ ਲਾਗੇ ਵਾਲਾ ਹੈਗਾ, ਉਸ ਦੇ ਵਿੱਚ ਜਿਹੜੀ ਹੈਗੀ ਆ ਫੋਰਸ ਜਿਹੜੀ ਹੈਗੀ ਜ਼ਿਆਦਾ, ਸਾਨੂੰ ਐਨਰਜੀ ਜ਼ਿਆਦਾ ਦੇਣੀ ਪਏਗੀ ਇਹਨੂੰ, ਜਿਹੜੀ ਹੈਗੀ ਆ ਨਿਊਕਲੀਅਸ ਦੇ ਖਿੱਚ ਤੋਂ, ਕੇਂਦਰ ਦੀ ਖਿੱਚ ਤੋਂ ਬਾਹਰ ਕੱਢਣ ਦੇ ਲਈ। ਠੀਕ ਆ। ਏ ਡੈਫੀਨੇਟ ਅਮਾਊਂਟ ਆਫ ਐਨਰਜੀ ਇਜ਼ ਰਿਕੁਆਇਰਡ ਟੂ ਰਿਮੂਵ ਦ ਇਲੈਕਟ੍ਰੋਨ ਫਰੋਮ ਦਾ ਆਰਬਿਟ। ਇੱਕ ਪਰਟੀਕੂਲਰ ਐਨਰਜੀ ਹੀ ਜਿਹੜੇ ਇਲੈਕਟ੍ਰੋਨ ਜਿਹੜੇ ਆ ਅਬਜ਼ੋਰਵ ਕਰਦੇ ਹੈਗੇ ਆ, ਯਾਨੀ ਕਿ ਇੱਕ ਫਿਕਸ ਅਮਾਊਂਟ ਆਫ ਐਨਰਜੀ ਹੀ ਉਹ ਅਬਜ਼ੋਰਵ ਕਰਦੇ ਹੈਗੇ ਆ। ਜਿਹੜੀ ਹੈਗੀ ਆ ਇਸ ਦੇ ਵਿੱਚ ਜਿਹੜੀ ਹੈਗੀ ਉਹੀ ਦੱਸਿਆ ਕਿ ਆਰਬਿਟ ਜਿਹੜੀ ਹੈਗੀ ਪਹਿਲੇ ਵਾਲਾ ਔਖਾ ਹੁੰਦਾ। ਉਸ ਤੋਂ ਬਾਅਦ ਜਿਹੜੇ ਹੈਗੇ ਆ ਇੱਕ ਆਰਬਿਟ ਦੇ ਵਿੱਚ ਮੈਕਸੀਮਮ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋ ਸਕਦੇ? ਪਹਿਲੇ ਆਰਬਿਟ ਦੇ ਵਿੱਚ 2 ਹੋ ਸਕਦੇ ਆ, ਦੂਸਰੇ ਦੇ ਵਿੱਚ 8 ਹੋ ਸਕਦੇ ਆ। ਇਹ ਫਾਰਮੂਲਾ ਹੈਗਾ ਵਾ, ਇਹਨੂੰ ਕਹਿੰਦੇ ਆ 2n², ਜਿੱਥੇ ਵਿੱਚ n ਜਿਹੜਾ ਹੈਗਾ ਵਾ ਉਹ ਕੀ ਹੈਗਾ? ਜਿਹੜਾ ਹੈਗਾ ਡਿਫਰੈਂਟ ਐਨਰਜੀ ਲੈਵਲਸ ਨੂੰ ਰੀਪ੍ਰਜੈਂਟ ਕਰਦਾ ਹੈਗਾ। ਠੀਕ ਹੈ।
ਪ੍ਰਿੰਸੀਪਲ ਕੁਆਂਟਮ ਨੰਬਰ ਨੂੰ ਜਿਹੜਾ ਹੈਗਾ ਰੀਪ੍ਰਜੈਂਟ ਕਰਦਾ ਹੈਗਾ ਵਾ। ਠੀਕ ਹੈ, ਸੋ ਉਸ ਦੇ ਵਿੱਚ ਜਿਹੜਾ ਪਹਿਲਾ ਆਰਬਿਟ ਹੈਗਾ ਉਸ ਦੇ ਵਿੱਚ 2 × 1 ਰੇਜ਼ ਟੂ ਪਾਵਰ 2 = 2, ਦੂਸਰੇ ਦੇ ਵਿੱਚ ਇੱਥੇ 2 ਹੋ ਗਿਆ, ਤੀਸਰੇ ਦੇ ਵਿੱਚ 3 ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਇਲੈਕਟ੍ਰੋਨਸ ਜਿਹੜੇ ਹੈਗੇ ਵੱਧਦੇ ਹੈਗੇ। ਠੀਕ ਹੈ, ਪਰ ਇਸ ਦੇ ਵਿੱਚ ਇੱਕ ਲਿਮੀਟੇਸ਼ਨ ਵੀ ਹੈਗੀ ਆ। ਮੈਕਸੀਮਮ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਹੈਗੇ ਆ ਹੋ ਸਕਦੇ ਉਹ ਦੱਸਦਾ ਪਿਆ, ਪਰ ਜਿਹੜਾ ਸਭ ਨਾਲੋਂ ਆਊਟਰ ਮੋਸਟ ਸ਼ੈਲ ਹੋਏਗਾ ਉਸ ਦੇ ਵਿੱਚ 8 ਤੋਂ ਜ਼ਿਆਦਾ ਨਹੀਂ ਹੋ ਸਕਦੇ ਇਲੈਕਟ੍ਰੋਨਸ। ਠੀਕ ਹੈ, ਜਿਹੜਾ 8 ਜਿਸ ਵੀ ਇਸ ਦੇ ਵਿੱਚ ਕਿੰਨੇ ਹੈਗੇ ਆਊਟਰ ਮੋਸਟ ਸ਼ੈਲ ਦੇ ਵਿੱਚ 3 ਹੈਗੇ। ਜਿਹੜਾ 3 ਹੈਗਾ ਵਾ ਇਹਦਾ ਮਤਲਬ ਇਹ ਹੈਗਾ ਕਿ ਇਹਦੇ ਵਿੱਚ ਜਿਹੜੇ ਹੈਗੇ ਆ ਕਿੰਨੇ ਇਲੈਕਟ੍ਰੋਨ ਆ ਸਕਦੇ ਆ, ਹੋਰ 8 ਇਲੈਕਟ੍ਰੋਨ 5 ਇਲੈਕਟ੍ਰੋਨ ਹੋਰ ਆ ਸਕਦੇ ਹੈਗੇ। ਯਾਨੀ ਕਿ ਕੋਈ ਆਈਟਮ ਜਿਹੜਾ ਹੈਗਾ ਵਾ ਇਸ ਦੇ ਕੋਲ ਆਵੇ ਜਿਹਦੇ ਵਿੱਚ 5 ਮਤਲਬ 2 ਵੀ ਹੋਣ 3 ਵੀ ਹੋਣ, ਉਹ ਇਹਦੇ ਨਾਲ ਬੌਂਡ ਬਣਾ ਲਏਗਾ। ਠੀਕ ਹੈ, ਬੌਂਡ ਬਣਾ ਕੇ ਇਹ ਜਿਹੜਾ ਆਊਟਰ ਜਿਹੜਾ ਹੈਗਾ ਵਾ ਐਟਮ ਇਹਦੇ ਵਿੱਚ ਜਿੱਦਾਂ ਮੰਨ ਲਓ ਉਹਦੇ 'ਚ 2 ਹੈਗੇ ਆ ਤੇ ਉਹ ਸ਼ੇਅਰ ਕਰ ਲੈਣਗੇ, 2 ਉਹ ਤੇ 3 ਇਹ, ਤੇ ਉਹ ਜ਼ਿਆਦਾ ਸਟੇਬਲ ਸਟੇਟ ਦੇ ਵਿੱਚ ਆ ਜਾਣਗੇ। ਜਿਹੜਾ ਵੀ ਐਟਮ ਜਿਹੜਾ ਹੈਗਾ ਵਾ ਜਿਸ ਦੇ ਵਿੱਚ 8 ਹੋਣਗੇ ਬਾਹਰ ਦੇ ਵਿੱਚ, ਉਹ ਬਿਲਕੁਲ ਦੂਸਰੇ ਨਾਲ ਰਿਐਕਟ ਨਹੀਂ ਕਰੇਗਾ, ਕਿਸੇ ਦੂਸਰੇ ਐਟਮ ਦੇ ਨਾਲ ਰਿਐਕਟ ਨਹੀਂ ਕਰੇਗਾ, ਉਹਨੂੰ ਆਪਾਂ ਇਨਰਟ ਕਹਿੰਦੇ ਹੈਗੇ, ਜਿਹੜਾ ਕਿਸੇ ਦੇ ਨਾਲ ਰਿਐਕਟ ਨਹੀਂ ਕਰਦਾ ਹੈਗਾ। ਇਹ ਕੈਲਸ਼ੀਅਮ ਹੈਗਾ, ਜਿਸ ਤਰ੍ਹਾਂ ਕੈਲਸ਼ੀਅਮ ਦੇ ਵਿੱਚ ਜਿਹੜਾ ਹੈਗਾ ਵਾ ਇਸ ਦੇ ਵਿੱਚ ਕੈਲਸ਼ੀਅਮ ਦੇ ਵਿੱਚ ਕੀ ਹੈਗਾ ਕਿ ਇਸ ਦੇ ਸਭ ਤੋਂ ਪਹਿਲੇ ਜਿਹੜਾ ਆਰਬਿਟ ਹੈਗਾ ਵਾ ਉਸ ਦੇ ਵਿੱਚ 2 ਹੈਗੇ ਆ। ਠੀਕ ਹੈ, ਦੂਸਰੇ ਦੇ ਵਿੱਚ 8 ਹੈਗੇ ਆ, ਤੀਸਰੇ ਬਾਕੀ ਜਿਹੜੇ ਲਾਸਟ ਬਚਦੇ ਹੈਗੇ ਆ 10 ਬਚਦੇ ਹੈਗੇ। ਹੁਣ ਥਿਓਰੈਟੀਕਲੀ ਇਸ ਦੇ ਵਿੱਚ 10 ਆ ਜਾਣੇ ਚਾਹੀਦੇ ਹੈਗੇ, ਤੀਸਰੇ 18 ਆ ਸਕਦੇ ਹੈਗੇ, ਇਹਦੇ ਵਿੱਚ ਮੈਕਸਿਮਮ ਆ ਸਕਦੇ ਹੈਗੇ 18। ਠੀਕ ਆ, ਪਰ ਇਸ ਦੇ ਵਿੱਚ ਜਿਹੜੇ ਹੈਗੇ ਆ ਕਿੰਨੇ ਹੈਗੇ ਆ, ਸਿਰਫ 8 ਹੀ ਹੈਗੇ ਆ, ਕਿਉਂਕਿ ਜਿਹੜਾ ਆਊਟਰ ਦੇ ਵਿੱਚ ਜਿਹੜੇ ਹੈਗੇ ਆ ਉਹ 8 ਤੋਂ ਜ਼ਿਆਦਾ ਨਹੀਂ ਹੋ ਸਕਦੇ। ਸੋ 8 ਤੋਂ ਬਾਅਦ ਜਿਹੜੇ ਹੈਗੇ ਆ ਬਾਕੀ ਕਿਹਦੇ ਵਿੱਚ ਚਲ ਗਏ, ਉਸ ਤੋਂ ਉੱਪਰ ਵਾਲੇ ਦੇ ਵਿੱਚ ਚਲ ਗਏ। ਸੋ ਇਹ ਹੈਗਾ ਕੈਲਸ਼ੀਅਮ ਦਾ ਐਟਮ। ਠੀਕ ਹੈ, ਇਸ ਦੇ ਵਿੱਚ ਕੈਲਸ਼ੀਅਮ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਇਸ ਤਰੀਕੇ ਦੇ ਨਾਲ ਅਰੇਂਜ ਹੁੰਦੇ ਆ। ਪਹਿਲੇ 'ਚ 2 ਹੋਣਗੇ, 8 ਤੋਂ 10, 10 ਤੇ 8 18, 18 ਤੇ 2 20। ਸੋ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਸਬ ਆਰਬਿਟਲ ਵੀ ਹੁੰਦੇ ਆ, ਉਹ ਤੁਹਾਨੂੰ ਇੰਨੀ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੈਗੀ। ਠੀਕ ਆ, ਸੋ ਇਸ ਦੇ ਵਿੱਚ ਬੇਸਿਕਲੀ ਇਹੋ ਹੀ ਚੀਜ਼ ਜਿਹੜੀ ਹੈਗੀ ਆ ਪਤਾ ਉਹ ਹੋਣੀ ਚਾਹੀਦੀ ਆ। ਉਸ ਤੋਂ ਬਾਅਦ એનર્ਜੀ ਲੈਵਲਸ ਜਿਹੜੇ ਹੈਗੇ ਆ ਐਟਮਸ ਦੇ ਵਿੱਚ, ਠੀਕ ਆ, ਉਹ ਕੀ ਹੁੰਦੇ ਹੈਗੇ ਆ। ਸੋ એનર્ਜੀ ਲੈਵਲ ਜਿਹੜੇ ਹੈਗੇ ਆ, ਉਹ ਜਿਹੜਾ ਪਹਿਲਾ ਹੈਗਾ ਉਸ ਦੇ ਵਿੱਚ ਅਲੱਗ ਤਰ੍ਹਾਂ ਦੀ એનર્ਜੀ ਹੁੰਦੀ ਹੈ ਇਲੈਕਟ੍ਰੋਨਸ ਦੇ ਵਿੱਚ। ਜਿਹੜਾ ਦੂਸਰਾ ਲੈਵਲ ਹੁੰਦਾ ਵਾ ਉਸ ਦੇ ਵਿੱਚ ਅਲੱਗ ਤਰ੍ਹਾਂ ਦੀ એનર્ਜੀ ਹੁੰਦੀ ਹੈ, ਯਾਨੀ ਕਿ ਨੂਮੈਰੀਕਲ ਵੈਲਿਊ ਜਿਹੜੀ ਹੈਗੀ ਆ ਉਹ ਅਲੱਗ ਹੁੰਦੀ ਹੈ, ਤੀਸਰੇ 'ਚ ਅਲੱਗ ਹੁੰਦੀ ਹੈ, ਚੌਥੇ 'ਚ ਅਲੱਗ ਹੁੰਦੀ ਹੈ। ਠੀਕ ਹੈ, ਸੋ ਐਟਮ ਜਿਹੜਾ ਹੈਗਾ ਵਾ ਸਾਰਿਆਂ ਨੂੰ ਪਤਾ ਹੈਗਾ ਬਿਲਡਿੰਗ ਬਲੌਕਸ ਹੈਗਾ ਵਾ। ਠੀਕ ਹੈ, ਇਨ ਦਿਸ ਐਟਮ ਦੇयर इज अ ਸੈਂਟਰਲ ਪੋਰਸ਼ਨ ਕਾਲਡ ਨਿਊਕਲੀਅਸ। ਠੀਕ ਹੈ, ਨਿਊਕਲੀਅਸ ਪਹਿਲਾਂ ਵੀ ਦੱਸਿਆ ਹੈਗਾ, ਜਿਹੜਾ ਪ੍ਰੋਟੋਨਸ ਤੇ ਨਿਊਟਰੋਨ ਜਿਹੜੇ ਹੁੰਦੇ ਆ ਇਸ ਦੇ ਵਿੱਚ। ਠੀਕ ਹੈ, ਸੋ ਇਸ ਦੇ ਵਿੱਚ ਜਿਹੜੀ ਹੈਗੀ ਹੈ all electrons constituting the considered materials do not revolve along the same path. However, this even does not mean their revolutionary path can be random. That is, each electron of a particular atom has its own dedicated path, ਜਿਹਨੂੰ ਆਰਬਿਟ ਕਹਿੰਦੇ ਹੈਗੇ। ਸੋ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਡਿਫਰੈਂਟ ਪਾਸ ਡਿਫਰੈਂਟ ਆਰਬਿਟਸ ਦੇ ਵਿੱਚ ਜਿਹੜੇ ਹੈਗੇ ਆ ਮੂਵ ਕਰਦੇ ਆ। ਸੋ ਇਸੇ ਕਰਕੇ ਆਪਾਂ ਪਹਿਲਾ ਲੈਵਲ, ਦੂਸਰਾ ਲੈਵਲ, ਤੀਸਰਾ ਆਰਬਿਟ, ਚੌਥਾ ਆਰਬਿਟ ਐਂਡ ਵੇਲੈਂਸ ਜਿਹੜਾ ਹੈਗਾ ਵਾ ਉਹ ਇਸ ਦੇ ਵਿੱਚ ਜਿਹੜੀ ਹੈਗੀ ਆ ਡਿਫਾਈਨ ਕਰਦੇ ਹੈਗੇ ਆਪਾਂ। ਸੋ ਇਹ ਜਿਹੜਾ ਹੈਗਾ ਵਾ ਇੰਟਰਨਲ ਜਿਹੜਾ ਹੈਗਾ ਤੇ ਇਹ એનર્ਜੀ ਲੈਵਲਸ ਹੈਗੇ ਆ ਉਹਨਾਂ ਦੇ ਇਲੈਕਟ੍ਰੋਨਸ ਦੇ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਜਿਹੜੀ ਡੈਡੀਕੇਟਡ ਅਮਾਊਂਟ ਆਫ એનર્ਜੀ ਹੈਗੀ ਆ ਉਹਨੂੰ ਰਿਪਰੈਜ਼ੈਂਟ ਕਰਦੇ ਆ ਇਸ ਇਕੁਏਸ਼ਨ ਨਾਲ। એનર્ਜੀ ਇਜ਼ ਇਕੁਅਲ ਟੂ H ਮਲਟੀਪਲਾਈ ਬਾਈ V। V ਫ੍ਰੀਕੁਐਂਸੀ ਹੈਗੀ ਆ ਤੇ H ਜਿਹੜਾ ਹੈਗਾ ਦੈਟ ਇਜ਼ ਨੋਨ ਐਜ਼ ਪਲੈਂਕਸ ਕਾਂਸਟੈਂਟ। ਠੀਕ ਹੈ, ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਇੱਕ એનર્ਜੀ ਲੈਵਲਸ ਆਫ ਐਟਮਸ ਹੁੰਦੇ ਆ। ਜਿਹੜਾ ਸਭ ਨਾਲੋਂ ਪਹਿਲਾ ਲੈਵਲ ਹੁੰਦਾ ਵਾ ਉਸ ਦੇ ਵਿੱਚ ਜਿਹੜੀ ਹੈਗੀ ਆ -13.6 ਇਲੈਕਟ੍ਰੋਨ ਵੋਲਟ ਜਿਹੜੀ ਹੈਗੀ એનર્ਜੀ ਹੁੰਦੀ ਹੈ। ਜਿਹੜਾ ਦੂਸਰਾ ਲੈਵਲ ਹੁੰਦਾ ਵਾ -3.4 ਇਲੈਕਟ੍ਰੋਨ ਵੋਲਟ ਹੁੰਦੀ ਹੈ। ਜਿਹੜਾ ਤੀਸਰਾ ਹੁੰਦਾ ਉਹਦੇ 'ਚ -1.5 ਹੁੰਦੀ ਹੈ। ਠੀਕ ਹੈ, ਦੂਸਰੇ 3.4 ਹੁੰਦੀ ਹੈ ਮਾਈਨਸ। ਸੋ ਇਹ ਦੇਖੋ ਉੱਪਰ ਨੂੰ ਜਾਂਦੇ ਹੈਗੇ એનર્ਜੀ ਲੈਵਲ ਵੱਧਦਾ ਹੈਗਾ। ਸੋ ਸਭ ਨੂੰ ਜਿਹੜਾ ਪਹਿਲੇ ਵਾਲਾ ਹੁੰਦਾ ਉਹਦੇ 'ਚ ਸਭ ਨੂੰ ਘੱਟ ਹੁੰਦੀ ਆ, ਦੂਸਰੇ 'ਚ ਉਸ ਤੋਂ ਜ਼ਿਆਦਾ, ਤੀਸਰੇ 'ਚ ਉਸ ਤੋਂ ਜ਼ਿਆਦਾ, ਅਤੇ ਜਦੋਂ ਇਹ 0 ਹੋ ਜਾਂਦੀ ਹੈ ਤੇ ਉਹ ਜਿਹੜਾ ਐਟਮ ਜਿਹੜਾ ਇਲੈਕਟ੍ਰੋਨ ਹੈਗਾ ਵਾ ਉਹ ਕੀ ਹੋ ਜਾਂਦਾ, ਫ੍ਰੀ ਹੋ ਜਾਂਦਾ ਹੈਗਾ।
यानी कि उस तो बाद मटीरीयल ਜਿਹੜਾ ਕੋਈ ਵੀ ਮਟੀਰੀਅਲ ਹੈਗਾ ਵਾ, ਹੁਣ ਤੁਸੀਂ ਇਹ ਕੁਐਸਚਨ ਕਰੋਗੇ ਵੀ ਇਲੈਕਟ੍ਰੋਨ ਫ੍ਰੀ ਹੋਣ ਦਾ ਕੀ ਫਾਇਦਾ। ਇਲੈਕਟ੍ਰੋਨ ਫ੍ਰੀ ਹੋਣ ਦਾ ਫਾਇਦਾ ਇਹ ਹੈ ਕਿ ਤਿੰਨ ਤਰ੍ਹਾਂ ਦੇ ਮਟੀਰੀਅਲ ਹੁੰਦੇ ਆ, ਇਨਸੂਲੇਟਰ ਹੁੰਦੇ, ਸੈਮੀ ਕੰਡਕਟਰ ਹੁੰਦੇ ਤੇ ਕੰਡਕਟਰਸ ਹੁੰਦੇ ਆ ਆਫ ਇਲੈਕਟ੍ਰੀਸਿਟੀ। ਸੋ ਜਿਹੜੀ ਕੰਡਕਟਰ ਆਫ ਇਲੈਕਟ੍ਰੀਸਿਟੀਜ਼ ਹੁੰਦੇ ਆ ਉਹ ਕੰਡਕਟਰ ਤਾਂ ਹੀ ਹੁੰਦੇ ਆ ਕਿਉਂਕਿ ਉਹਨਾਂ ਵਿੱਚ ਫ੍ਰੀ ਇਲੈਕਟ੍ਰੋਨਸ ਹੁੰਦੇ ਆ ਜਿਹੜੇ ਕਿ ਕਰੰਟ ਨੂੰ ਇੱਕ ਤੋਂ ਦੂਸਰੀ ਸਾਈਡ ਤੇ ਲੈ ਕੇ ਜਾਂਦੇ ਹੈਗੇ। ਸੋ ਇਸੇ ਤਰ੍ਹਾਂ ਹੀ ਜੇ ਇਸ ਜਿਹੜਾ ਹੈਗਾ ਵਾ ਇਸ ਲੈਵਲ ਦੇ ਇਲੈਕਟ੍ਰੋਨ ਨੂੰ એનર્ਜੀ ਦਿੱਤੀ ਜਾਵੇ ਤੇ ਉਹਦੀ એનર્ਜੀ ਇੰਨੀ ਹੋ ਜਾਵੇ ਜੇ ਤੇ ਉਹ ਜੰਪ ਕਰਕੇ ਕਿਹਦੇ ਵਿੱਚ ਚਲ ਜਾਏਗਾ, ਦੂਸਰੇ ਦੇ ਵਿੱਚ ਚਲਾ ਜਾਏਗਾ। ਜੇ ਉਹਨੂੰ એનર્ਜੀ ਦੇ ਕੇ ਇਸ ਦੇ ਬਰਾਬਰ એનર્ਜੀ ਆ ਜਾਵੇ ਤੇ ਉਹ ਕਿਹੜੇ ਵਿੱਚ ਚਲ ਜਾਏਗਾ, ਇਹਦੇ ਵਿੱਚ ਚਲ ਜਾਏਗਾ, ਉੱਪਰਲੇ ਲੈਵਲ ਦੇ ਵਿੱਚ ਚਲ ਜਾਏਗਾ। ਉਸ ਤੋਂ ਬਾਅਦ ਪਰ ਉਹ ਜ਼ਿਆਦਾ ਦੇਰ ਤੱਕ ਉੱਪਰਲੇ ਲੈਵਲ ਦੇ ਵਿੱਚ ਨਹੀਂ ਰਹੇਗਾ, ਉਹ ਫਿਰ એનર્ਜੀ ਰਿਲੀਜ਼ ਕਰੇਗਾ ਇਨ ਦੀ ਫਾਰਮ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਤੇ ਆਪਣੀ ਸਟੇਬਲ ਸਟੇਟ ਦੇ ਵਿੱਚ ਦੁਬਾਰਾ ਵਾਪਸ ਆ ਜਾਏਗਾ। ਜਿਸ ਤਰ੍ਹਾਂ ਇਹ ਹੈਗਾ ਵਾ, ਇਸ ਦੇ ਵਿੱਚ ਜੇ 4 ਇਲੈਕਟ੍ਰੋਨ ਵੋਲਟ ਜਿਹੜੀ ਹੈਗੀ ਆ એનર્ਜੀ ਆਪਾਂ ਕਰ ਦਿੰਦੇ ਹੈਗੇ ਆ ਤੇ ਇਹ ਜਿਹੜਾ ਹੈਗਾ ਵਾ ਇਸ ਦੇ ਵਿੱਚ ਜਿਹੜਾ ਹੈਗਾ ਇਲੈਕਟ੍ਰੋਨ ਜਿਹੜੀ ਉਹਦੀ એનર્ਜੀ ਹੋ ਜਾਏਗੀ ਇੰਨੀ ਹੋ ਜਾਏਗੀ। ਠੀਕ ਹੈ, ਜੇ ਇਸ ਦੇ ਵਿੱਚ ਇੰਨਾ ਕਰ ਦਈਏ ਤੇ ਇੰਨੀ ਹੋ ਜਾਏਗੀ એનર્ਜੀ। ਸੋ ਉਹ ਜਿਹੜੇ ਵੀ ਉਸ ਨੂੰ ਰੀਪ੍ਰਜੈਂਟ ਕਰਦੇ ਹੈਗੇ ਆ, ਠੀਕ ਆ, ਤਾਂ ਉਸ ਦੇ ਵਿੱਚ ਜਿਹੜਾ ਹੈਗਾ ਵਾ ਚੱਲ ਜਾਏਗਾ, ਉਸ ਲੈਵਲ ਦੇ ਵਿੱਚ ਚਲਾ ਜਾਏਗਾ। ਸੋ ਹਰ ਇੱਕ ਜਿਹੜਾ ਆਰਬਿਟ ਹੁੰਦਾ ਵਾ ਉਸ ਦੇ ਵਿੱਚ ਆਪਣੇ એનર્ਜੀ ਲੈਵਲਸ ਜਿਹੜੇ ਹੁੰਦੇ ਆ ਉਸ ਦੇ ਵਿੱਚ। ਸੋ એનર્ਜੀ ਲੈਵਲ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ, ਜੇ 0 ਹੋ ਜਾਂਦੀ ਹੈ ਤੇ ਸਾਡੇ ਜਿਹੜੇ ਇਲੈਕਟ੍ਰੋਨ ਜਿਹੜੇ ਹੈਗੇ ਆ ਫ੍ਰੀ ਹੋ ਜਾਂਦੇ ਹੈਗੇ। ਸੋ ਜੇ ਇਸ ਦੇ ਵਿੱਚ 4 ਇਲੈਕਟ੍ਰੋਨ ਵੋਲਟ ਦੀ એનર્ਜੀ ਆਉਂਦੀ ਤਾਂ -9.6 ਇਲੈਕਟ੍ਰੋਨ ਵੋਲਟ ਹੋ ਜਾਂਦਾ ਹੈਗਾ। ਠੀਕ ਆ, ਸੋ ਇਹ ਜਿਹੜਾ ਹੈਗਾ ਜੀ ਇੰਨੀ એનર્ਜੀ ਅਬਜ਼ੌਰਬ ਕਰ ਲੈਂਦਾ ਹੈਗਾ ਤੇ ਇਹਦੇ ਵਿੱਚ ਕੋਈ ਵੀ ਲੈਵਲ ਨਹੀਂ ਹੈਗਾ। ਠੀਕ ਆ, ਸੋ ਇਹ ਕੀ ਹੈਗਾ, ਲਾਸਟ ਟਰੈਕ ਹੋ ਜਾਏਗਾ। ਜੇ ਇਸ ਤਰ੍ਹਾਂ ਜੇ 10.2 ਇਲੈਕਟ੍ਰੋਨ ਵੋਲਟ ਕਰਦਾ ਹੈਗਾ ਤੇ -3.4 ਇਲੈਕਟ੍ਰੋਨ ਵੋਲਟ ਜਿਹੜੀ ਹੈਗੀ ਹੈ એનર્ਜੀ ਆ ਜਾਏਗੀ। ਸੋ -3.4 ਇਲੈਕਟ੍ਰੋਨ ਵੋਲਟ ਜਿਹੜੀ ਹੈਗੀ ਹੈ ਸੈਕੰਡ ਲੈਵਲ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਤੁਸੀਂ ਜੰਪ ਕਰਕੇ ਇਹਦੇ ਵਿੱਚ ਚਲ ਜਾਏਗਾ, ਪਹਿਲਾਂ ਦੱਸਿਆ ਜਾਂਦਾ ਤੁਹਾਨੂੰ। ਸੋ ਇਹ ਸੀਗੀ ਇਸ ਦੇ ਵਿੱਚ એનર્ਜੀ ਲੈਵਲਸ। ਉਸ ਤੋਂ ਬਾਅਦ ਕੰਡਕਟਰ ਤੇ ਸੈਮੀਕੰਡਕਟਰ ਤੇ ਇਨਸੂਲੇਟਰ ਦੇ ਵਿੱਚ ਕੀ ਫਰਕ ਹੁੰਦਾ ਹੈਗਾ। ਸੋ ਇਸ ਦੇ ਵਿੱਚ ਬੇਸਿਕ ਫਰਕ ਇਹੋ ਹੀ ਹੈ ਕਿ ਜਿਹੜਾ ਸਭ ਨਾਲੋਂ ਉੱਪਰ ਵਾਲਾ ਜਿਹੜਾ ਹੁੰਦਾ, ਜਿਹੜਾ ਸਭ ਨੂੰ ਆਊਟਰ ਜਿਹੜਾ ਹੈਗਾ ਵਾ ਇਲੈਕਟ੍ਰੋਨਸ ਦਾ ਜਿਹੜਾ ਹੈਗਾ ਵਾ ਘੇਰਾ ਹੁੰਦਾ ਵਾ, ਠੀਕ ਆ, ਉਸ ਨੂੰ ਆਪਾਂ ਵੇਲੈਂਸ ਬੈਂਡ ਕਹਿੰਦੇ ਹੈਗੇ। ਠੀਕ ਆ, ਸੋ ਜਿਹੜਾ ਵੇਲੈਂਸ ਬੈਂਡ ਹੁੰਦਾ ਵਾ, ਜਿਹੜਾ ਵੇਲੈਂਸ ਬੈਂਡ ਹੁੰਦਾ ਵਾ ਉਸ ਦੇ ਵਿੱਚ ਜਦੋਂ ਅਸੀਂ એનર્ਜੀ ਅਪਲਾਈ ਕਰਦੇ ਹੈਗੇ ਆ ਤੇ ਇਲੈਕਟ੍ਰੋਨ ਦੀ ਜਦੋਂ એનર્ਜੀ 0 ਹੋ ਜਾਂਦੀ ਹੈਗੀ ਤੇ ਉਹ ਕਿਹੜੇ ਵਿੱਚ ਚਲ ਜਾਂਦੇ ਹੈਗੇ, ਕੰਡਕਸ਼ਨ ਬੈਂਡ ਦੇ ਵਿੱਚ ਚਲ ਜਾਂਦੇ ਹੈਗੇ। ਸੋ ਵੇਲੈਂਸ ਜਿਹੜਾ ਬੈਂਡ ਹੈਗਾ ਸਭ ਨੂੰ ਆਊਟਰ ਵਾਲਾ ਬੈਂਡ ਹੈਗਾ ਵਾ, ਠੀਕ ਹੈ, ਜਿਸ ਦੇ ਵਿੱਚ ਇਲੈਕਟ੍ਰੋਨਸ ਘੁੰਮਦੇ ਹੈਗੇ ਆ ਜਾਂ ਆਰਬਿਟ ਜਿਹੜਾ ਹੈਗਾ ਵਾ, ਠੀਕ ਹੈ, ਸਭ ਨੂੰ ਉੱਪਰ ਵਾਲਾ ਜਿਹੜਾ ਆਰਬਿਟ ਹੈਗਾ ਉਹਨੂੰ ਵੇਲੈਂਸ ਬੈਂਡ ਕਹਿੰਦੇ ਹੈਗੇ। ਸੋ ਵੇਲੈਂਸ ਬੈਂਡ ਦੇ ਵਿੱਚ ਜਿਹੜਾ ਹੈਗਾ ਵਾ, ਜਦੋਂ ਵੇਲੈਂਸ ਬੈਂਡ ਦੇ ਵਿੱਚ એનર્ਜੀ ਆਪਾਂ ਦਿੰਦੇ ਹੈਗੇ ਤੇ ਜਿਹੜੇ ਇਲੈਕਟ੍ਰੋਨਸ ਹੈਗੇ ਆ ਕੰਡਕਸ਼ਨ ਬੈਂਡ ਦੇ ਵਿੱਚ ਚਲ ਜਾਂਦੇ ਹੈਗੇ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਕਰੰਟ ਫਲੋ ਕਰਨਾ ਸ਼ੁਰੂ ਕਰ ਦਿੰਦਾ। ਜਿਹੜਾ ਕੰਡਕਟਰ ਹੈਗਾ ਵਾ, ਸੈਮੀ ਕੰਡਕਟਰ ਹੈਗਾ ਤੇ ਇਨਸੂਲੇਟਰ ਹੈਗਾ, ਉਹਨਾਂ ਤਿੰਨਾਂ ਦੇ ਵਿੱਚ ਇਹ ਫਰਕ ਹੈ ਕਿ ਜਿਹੜਾ ਕੰਡਕਸ਼ਨ ਬੈਂਡ ਹੈਗਾ ਵਾ, ਜਿਹੜਾ ਆਪਣਾ ਜਿਹੜਾ ਹੈਗਾ ਕੰਡਕਟਰ ਹੁੰਦਾ ਵਾ ਉਸ ਦੇ ਵਿੱਚ ਵੇਲੈਂਸ ਤੇ ਕੰਡਕਸ਼ਨ ਬੈਂਡ 'ਚ ਕੋਈ ਫਰਕ ਨਹੀਂ ਹੁੰਦਾ। ਜਿਹੜਾ ਸੈਮੀ ਕੰਡਕਟਰ ਹੁੰਦਾ ਵਾ ਉਸ ਦੇ ਵਿੱਚ ਜਿਹੜਾ ਹੈਗਾ ਵਾ ਨੈਰੋ ਬੈਂਡ ਹੁੰਦਾ ਵਾ, 1 ਇਲੈਕਟ੍ਰੋਨ ਵੋਲਟ ਦਾ ਜਿਹੜਾ ਹੈਗਾ ਵਾ ਉਸ ਦੇ ਵਿੱਚ ਫਰਕ ਹੁੰਦਾ ਵਾ, ਜਿਹੜੇ ਵੇਲੈਂਸ ਬੈਂਡ ਦੇ ਇਲੈਕਟ੍ਰੋਨ ਦੀ એનર્ਜੀ ਦੇ ਵਿੱਚ ਤੇ ਕੰਡਕਸ਼ਨ ਬੈਂਡ ਦੀ એનર્ਜੀ ਦੇ ਵਿੱਚ। ਜਿਹੜਾ ਕੰਡਕਸ਼ਨ ਬੈਂਡ ਜਿਹੜਾ ਇਨਸੂਲੇਟਰ ਹੁੰਦਾ ਵਾ, ਇਨਸੂਲੇਟਰ ਦੇ ਵਿੱਚ ਜਿਹੜਾ ਹੈਗਾ ਵਾ +5 ਜਿਹੜਾ ਹੈਗਾ ਵਾ ਉਸ ਤੋਂ ਜ਼ਿਆਦਾ ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਗੈਪ ਹੁੰਦਾ ਵਾ એનર્ਜੀ ਲੈਵਲ ਦੇ ਵਿੱਚ। ਇਸ ਕਰਕੇ ਇਨਸੂਲੇਟਰ ਦੇ ਵਿੱਚ ਜਦੋਂ એનર્ਜੀ ਲਾਉਂਦੇ ਹੈਗੇ ਆ ਤੇ ਕੰਡਕਸ਼ਨ ਬੈਂਡ ਦੇ ਵਿੱਚ ਪਹੁੰਚਣਾ ਬਹੁਤ ਜ਼ਿਆਦਾ ਔਖਾ ਹੁੰਦਾ ਇਲੈਕਟ੍ਰੋਨਸ ਦਾ। ਇਸੇ ਕਰਕੇ ਕਰੰਟ ਜਿਹੜਾ ਹੈਗਾ ਉਸ ਦੇ ਵਿੱਚੋਂ ਜਿਹੜਾ ਹੈਗਾ ਨਹੀਂ ਕਰ ਸਕਦਾ ਹੈਗਾ ਫਲੋ। ਸੋ ਕੰਡਕਟਰ ਜਿਹੜਾ ਹੈਗਾ ਵਾ ਮਟੀਰੀਅਲ ਜਿਹੜਾ ਫਲੋ ਕਰਦਾ ਹੈਗਾ ਜਿਹਦੇ 'ਚ ਫ੍ਰੀਲੀ, ਠੀਕ ਹੈ,
ਜਿਸ ਦੇ ਵਿੱਚ ਜਿਹੜਾ ਸੈਮੀ ਕੰਡਕਟਰ ਹੁੰਦਾ ਵਾ ਉਹ ਉਸ ਦੀ ਜਿਹੜੀ ਕੰਡਕਟਿਵਿਟੀ ਹੁੰਦੀ ਹੈ ਕੰਡਕਟਰ ਤੇ ਇਨਸੂਲੇਟਰ ਦੇ ਵਿੱਚ ਦੀ ਹੁੰਦੀ ਹੈਗੀ ਹੈ, ਤੇ ਇਨਸੂਲੇਟਰ ਉਹ ਮਟੀਰੀਅਲ ਹੁੰਦਾ ਵਾ ਜਿਹਦੇ ਵਿੱਚ ਕੋਈ ਵੀ ਕਰੰਟ ਜਿਹੜਾ ਹੈਗਾ ਫਲੋ ਨਹੀਂ ਹੁੰਦਾ ਹੈਗਾ। ਠੀਕ ਹੈ, ਸੋ ਇਸ ਦੇ ਵਿੱਚ ਕੰਡਕਟਰ ਜਿਹੜਾ ਹੁੰਦਾ ਵਾ ਉਹਦੀ ਰੈਜ਼ਿਸਟੈਂਸ ਜਿਹੜੀ ਹੈਗੀ ਹੈ ਵਿਦ ਟੈਂਪਰੇਚਰ ਜਿਹੜੀ ਹੈਗੀ ਹੈ ਇਨਕਰੀਜ਼ ਹੁੰਦੀ ਹੈ, ਯਾਨੀ ਕਿ ਫਲੋ ਆਫ ਜਿਹੜਾ ਹੈਗਾ ਵਾ ਉਹ ਘੱਟ ਹੁੰਦਾ ਹੈਗਾ। ਰੈਜ਼ਿਸਟੈਂਸ ਜਦੋਂ ਵੱਧਦੀ ਹੈਗੀ ਹੈ ਤੇ ਫਲੋ ਆਫ ਕਰੰਟ ਘਟਦਾ ਹੈਗਾ, ਜਦੋਂ ਕੰਡਕਟੈਂਸ ਜਿਹੜੀ ਹੈਗੀ ਹੈ ਵੱਧਦੀ ਹੈਗੀ ਹੈ ਤੇ ਫਲੋ ਜਿਹੜਾ ਹੈਗਾ ਵੱਧਦਾ ਹੈਗਾ, ਤਾਂ ਹੀ ਆਪਾਂ ਕੰਡਕਟਰ ਕਹਿੰਦੇ ਹੈਗੇ ਇਸ ਨੂੰ। ਦੀ ਕੰਡਕਟਰ ਜਿਹੜੀ ਸੈਮੀ ਕੰਡਕਟਰ ਦੀ ਹੁੰਦੀ ਹੈ ਰੈਜ਼ਿਸਟੈਂਸ ਉਹ ਜਿਹੜੀ ਹੈਗੀ ਹੈ ਡਿਕਰੀਜ਼ ਕਰਦੀ ਹੈ ਵਿਦ ਇਨਕਰੀਜ਼ ਇਨ ਟੈਂਪਰੇਚਰ। ਤੋ ਇਹਦਾ ਮਤਲਬ ਇਹ ਹੈ ਕਿ ਜੇ ਜਿਹੜਾ ਹੈਗਾ ਵਾ ਇਹਨੂੰ ਐਬਸੋਲਿਊਟ ਜ਼ੀਰੋ ਦੇ ਉੱਤੇ ਲੈ ਜਾਇਆ ਜਾਵੇ ਸੈਮੀ ਕੰਡਕਟਰ ਨੂੰ, ਤੇ ਉਹ ਬਿਲਕੁਲ ਇਨਸੂਲੇਟਰ ਬਣ ਜਾਂਦਾ ਹੈਗਾ। ਇਨਸੂਲੇਟਰ ਜਿਹੜੀ ਹੈਗੀ ਆ ਉਹਨਾਂ ਦੀ ਹਾਈ ਰੈਜ਼ਿਸਟੈਂਸ ਹੁੰਦੀ ਬਹੁਤ ਜ਼ਿਆਦਾ, ਪਰ ਉਹ ਟੈਂਪਰੇਚਰ ਦੇ ਨਾਲ ਜਿਹੜੀ ਹੈਗੀ ਡਿਕਰੀਜ਼ ਹੁੰਦੀ ਹੈਗੀ। ਸੋ ਇਹਨਾਂ ਦੇ ਬਿਹੇਵੀਅਰ ਹੈਗੇ, ਰੈਜ਼ਿਸਟੈਂਸ ਜਿਹੜੀ ਕੰਡਕਟਰ ਦੀ ਜਿਹੜੀ ਵੱਧਦੀ ਹੈਗੀ ਤੇ ਇਹਨਾਂ ਦੀ ਜਿਹੜੀ ਹੈਗੀ ਆ ਸੈਮੀ ਕੰਡਕਟਰ ਦੀ ਜਿਹੜੀ ਡਿਕਰੀਜ਼ ਹੁੰਦੀ ਆ, ਤੇ ਇਨਸੂਲੇਟਰ ਦੀ ਵੀ ਡਿਕਰੀਜ਼ ਹੁੰਦੀ ਹੈਗੀ। ਕੰਡਕਟਿਵਿਟੀ ਬਹੁਤ ਜ਼ਿਆਦਾ ਹਾਈ ਹੁੰਦੀ ਆ, ਇਹ 'ਚ ਇੰਟਰਮੀਡੀਏਟ ਹੁੰਦੀ ਹੈ, ਤੇ ਇਸ ਦੇ ਵਿੱਚ ਇਹ ਜਿਹੜਾ ਸਿੰਬਲ ਹੈਗਾ ਇਹਨੂੰ ਕਹਿੰਦੇ ਸੀਮਨਸ। ਇਹ ਜਿਹੜੀ ਯੂਨਿਟ ਹੈਗੀ ਹੈ ਸੀਮਨਸ ਪਰ ਮੀਟਰ, ਇਹ ਓਮ ਦਾ ਉਲਟਾ ਹੁੰਦਾ ਹੈਗਾ। ਜਿਹੜੀ ਕੰਡਕਟੈਂਸ ਹੁੰਦੀ ਹੈ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਉਹਨੂੰ ਆਪਾਂ ਇਸ ਦੇ ਵਿੱਚ ਮੇਜਰ ਕਰਦੇ ਹੈਗੇ ਓਮ ਪਰ ਮੀਟਰ ਦੇ ਵਿੱਚ। ਠੀਕ ਹੈ, ਜਿਹੜਾ ਕੋਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਹੁੰਦਾ ਵਾ ਕੰਡਕਟਰ ਦੇ ਵਿੱਚ ਉਹ ਪੋਜ਼ਿਟਿਵ ਹੁੰਦਾ ਵਾ, ਤੇ ਜਿਹੜਾ ਸੈਮੀ ਕੰਡਕਟਰ ਹੁੰਦਾ ਉਹਦੇ 'ਚ ਨੈਗੇਟਿਵ ਹੁੰਦਾ ਵਾ, ਤੇ ਇਨਸੂਲੇਟਰ ਦੇ ਵਿੱਚ ਵੀ ਨੈਗੇਟਿਵ ਹੁੰਦਾ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਹਿਊਜ ਰੈਜ਼ਿਸਟੈਂਸ ਹੁੰਦੀ ਹੈਗੀ। ਬਾਕੀ ਐਬਸੋਲਿਊਟ ਜ਼ੀਰੋ ਦੇ ਉੱਤੇ ਜਿਹੜੇ ਹੈਗੇ ਆ ਸੁਪਰ ਕੰਡਕਟਰ ਦੇ ਵਿੱਚ ਜਿਹੜੀ ਹੈਗੀ ਕਈ ਜਿਹੜੇ ਹੈਗੇ ਆ ਕੰਡਕਟਰਸ ਜਿਹੜੇ ਹੈਗੇ ਆ ਉਹ ਕਨਵਰਟ ਹੋ ਜਾਂਦੇ ਹੈਗੇ ਆ, ਤੇ ਇਸ ਦੇ ਨਾਲ ਜਿਹੜੀ ਹੈਗੀ ਸੁਪਰ ਕੰਡਕਟਿਵਿਟੀ ਦਾ ਮਤਲਬ ਹੁੰਦਾ ਵਾ ਕਿ ਬਿਲਕੁਲ ਜ਼ੀਰੋ ਉਹਦੇ ਵਿੱਚ ਰੈਜ਼ਿਸਟੈਂਸ ਹੋ ਜਾਂਦੀ ਹੈਗੀ, ਕੋਈ ਵੀ ਲਾਸ ਆਫ ਕਰੰਟ ਸਾਡਾ ਨਹੀਂ ਹੁੰਦਾ ਜਦੋਂ ਆਪਾਂ ਉਸ ਦੇ ਵਿੱਚ ਲੰਘਾਉਂਦੇ ਹੈਗੇ। ਦ ਸੈਮੀ ਕੰਡਕਟਰ ਜਿਹੜੇ ਹੈਗੇ ਆ ਐਬਸੋਲਿਊਟ ਜ਼ੀਰੋ ਦੇ ਵਿੱਚ ਇਨਸੂਲੇਟਰ ਦੇ ਵਿੱਚ ਕਨਵਰਟ ਹੋ ਜਾਂਦੇ ਹੈਗੇ ਆ, ਤੇ ਸੋ ਇਸ ਦੇ ਨਾਲ ਹੀ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਆ। ਸੋ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ, ਸਕਰੀਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਹੈਗੀ ਆ। ਸੋ ਇਸ ਦੇ ਨਾਲ ਹੀ ਜਿਹੜਾ ਹੈਗਾ ਵਾ ਹੋਰ ਵੀ ਤੁਹਾਨੂੰ ਮੈਂ ਬੇਸਿਕ ਇਲੈਕਟ੍ਰੋਨਿਕਸ ਦੇ ਜਿਹੜੇ ਹੈਗੇ ਫੰਡਾਮੈਂਟਲ ਉਸ ਦੇ ਬਾਰੇ ਦੱਸਾਂਗਾ। ਧੰਨਵਾਦ।